ਹੈਲੋ ਸਟੂਡੈਂਟਸ ਬੇਟਾ ਅੱਜ ਆਪਾਂ ਕਰਨਾ ਹੈ ਮੋਲੈਲਿਟੀ। ਮੋਲੈਲਿਟੀ ਨੂੰ ਡਿਨੋਟ ਕਰਦੇ ਆ ਸਮਾਲ m ਦੇ ਨਾਲ। ਓਕੇ, ਮੋਲੈਲਿਟੀ ਨੂੰ ਡਿਨੋਟ ਕਿਹਦੇ ਨਾਲ ਕਰਦੇ ਆ? ਸਮਾਲ m ਦੇ ਨਾਲ। ਮੋਲੈਲਿਟੀ ਹੁੰਦੀ ਕੀ ਆ? ਮੋਲੈਲਿਟੀ ਮੇ ਬੀ ਡਿਫਾਈਨਡ ਐਜ਼ ਨੰਬਰ ਆਫ ਗ੍ਰਾਮ ਮੋਲਸ ਆਫ ਸੋਲਿਊਟ। मतलब कि ग्राम मोल्स ऑफ सल्यूट ਲੈਣੇ ਆ डिजोल्वड इन 1000 ग्राम 1000 ग्राम ਜਾਂ 1 kg ऑफ द सॉल्वेंट। ठीक है, ਜਿਹੜਾ ਮੋਲੈਲਿਟੀ ਦੀ ਮੈਥਮੈਟੀਕਲ ਐਕਸਪ੍ਰੈਸ਼ਨ ਬਣਨੀ ਹੈ। ਠੀਕ ਹੈ, ਧਿਆਨ ਦੇ ਨਾਲ ਦੇਖ ਲਿਓ। ਮੋਲੈਲਿਟੀ m ਇਜ਼ ਇਕੁਅਲ ਟੂ ਗ੍ਰਾਮ ਮੋਲਸ ਆਫ ਸੋਲਿਊਟ, ग्राम मोल्स ऑफ सल्यूट। ठीक है, अपॉन बनना मास ऑफ सॉल्वेंट इन kg, मास ऑफ सॉल्वेंट इन kg। ठीक है, अगर तुहाडा मास ऑफ सॉल्वेंट इन ग्राम आ फिर उपर 1000 दे नाल मल्टीप्लाई कर देना। ग्राम मोल्स ऑफ सल्यूट अपॉन मास ऑफ सॉल्वेंट इन ग्राम इंटू 1000। ठीक है, अगर तुहाडा जिहड़ा मास वो काहदे विच आ? ग्राम दे विच आ ते उपर 1000 दे नाल मल्टीप्लाई कर देना। ओके, इन्ना क ही काम आ। हुण इहदा जिहड़ा फॉर्मूला लिखना, मोलैलिटी ਜਿਹੜੇ नंबर ऑफ मोल्स ऑफ सल्यूट है इहनूं n ਦੇ ਨਾਲ डिनोट कर सकते। तुसीं लिख लेना NB। n मतलब नंबर ऑफ मोल्स, B मीनस सल्यूट। मैं तुहानूं दस चुका कि B का मतलब क्या? सल्यूट। ठीक है, इंटू 1000 अपॉन वेट ऑफ सॉल्वेंट इन ग्राम। ठीक है, ਜਿਹੜਾ सल्यूट आ वो की आ? B ਦੇ ਨਾਲ डिनोट करना, सॉल्वेंट ਨੂੰ ए ਦੇ ਨਾਲ डिनोट करना। ठीक है, आ चीज़ याद रखनी है। हुण नीचे क्या? मास ऑफ सॉल्वेंट मतलब कि WA। ठीक है, ਇਹਦਾ ਫਾਰਮੂਲਾ ਬਣ ਜਾਣਾ ਜੇ ਆਪਾਂ ਇਹਨੂੰ ਥੋੜਾ ਹੋਰ ਖੋਲ ਲਈਏ। ਨੰਬਰ ਆਫ ਮੋਲਸ ਨੂੰ ਆਪਾਂ ਲਿਖ ਸਕਦੇ ਹਾਂ ਗਿਵਨ ਮਾਸ ਬਟਾ ਮੋਲਰ ਮਾਸ। ਗਿਵਨ ਮਾਸ ਆਫ ਸੋਲਿਊਟ ਮੀਨਸ WB ਬਟਾ ਮੋਲਰ ਮਾਸ ਆਫ ਸੋਲਿਊਟ ਇਨਟੂ अपॉन MB ਇਨਟੂ 1000 अपॉन WA। ठीक है, ਇਹਦੇ यूनिट बने आ ग्राम मोल्स, जे नाल यूनिट भी लिख दी है। यूनिट क्या बनी है? ग्राम मोल्स पर kg। ठीक है, ये की बन गया ये यूनिट। ये फॉर्मूला तुसी याद रखना है। फॉर्मूला क्या? मोलैलिटी इज इक्वल टू गिवन मास बटा मोलर मास इंटू 1000 अपॉन वेट ऑफ सॉल्वेंट। ਜਿਹੜੀ ਮੋਲੈਰਿਟੀ ਸੀਗੀ, ਜਿਸ ਤਰ੍ਹਾਂ ਆਪਾਂ ਮੋਲੈਰਿਟੀ ਦੀ ਗੱਲ ਕਰਦੇ ਹਾਂ। ਠੀਕ ਹੈ, ਮੈਂ ਨਾਲ ਹੀ ਕੰਪੇਅਰ ਕਰ ਦਿੰਦਾ। ਮੋਲੈਰਿਟੀ ਨੂੰ ਆਪਾਂ ਡਿਨੋਟ ਕਰਦੇ ਸੀ ਕੈਪੀਟਲ M ਦੇ ਨਾਲ। ਓਕੇ, ਤੇ ਉਹਦੇ ਵਿੱਚ ਜਿਹੜੀ ਆਪਾਂ ਚੀਜ਼ ਲਿਖਦੇ ਸੀ, ਆਪਾਂ ਲਿਖਦੇ ਸੀਗੇ WV ਬਟਾ MB ਗਿਵਨ ਮਾਸ ਆਫ ਸੋਲਿਊਟ ਬਟਾ ਮੋਲਰ ਮਾਸ ਆਫ ਸੋਲਿਊਟ ਇਨਟੂ 1000 अपॉन वॉल्यूम इन ML। ਇੱਥੇ ਕਾਹਦੇ ਵਿੱਚ ਆ? ਗ੍ਰਾਮ ਦੇ ਵਿੱਚ ਆ। ਠੀਕ ਆ, ਵੋਲੀਅਮ ਲੈਣੇ ਸੀਗੇ। ਇਹਦੇ ਵਿੱਚ ਉਹਦੀ ਜਗ੍ਹਾ ਕਿਆ ਲੈ ਰਹੇ ਆ? weight of solvent। ਠੀਕ ਹੈ, ਇਹਦੇ ਯੂਨਿਟਸ ਕੀ ਹੁੰਦੇ ਸੀ? ਇਹਦੇ ਯੂਨਿਟ ਹੁੰਦੇ ਸੀ ਗ੍ਰਾਮ ਮੋਲਸ ਪਰ ਲੀਟਰ। ਠੀਕ ਹੈ, ਇਹਦੇ ਯੂਨਿਟ ਕਿਆ? ਮੋਲੈਲਿਟੀ ਦੇ ਗ੍ਰਾਮ ਮੋਲਸ ਪਰ kg। ਇੰਨਾ ਹੀ ਯਾਦ ਰੱਖਣਾ ਕਿ ਜਿਹੜੀ ਮੋਲੈਲਿਟੀ ਆ ਉਹਦੇ ਵਿੱਚ weight of solvent ਆ, ਤੇ ਜਿਹੜੀ ਮੋਲੈਰਿਟੀ ਆ ਉਹਦੇ ਵਿੱਚ ਮਾਸ ਆਫ ਸੋਲਿਊਸ਼ਨ, ਮਾਸ ਨਹੀਂ ਵੋਲੀਅਮ ਆਫ ਸੋਲਿਊਸ਼ਨ ਆ। ਕਿਆ ਆ? ਵੋਲੀਅਮ ਆਫ ਸੋਲਿਊਸ਼ਨ ਆ। ਇਹਦੇ ਵਿੱਚ ਕਿਆ? ਇਹਦੇ ਵਿੱਚ ਹੈਗਾ weight of solvent। ਓਕੇ, ਇਸ ਤਰ੍ਹਾਂ ਇਹਨੂੰ ਹੁਣ ਦੇਖੋ, ਇਹਨੂੰ ਕਰਨਾ ਕੀ ਹੈ? ਇਹਦੇ ਵਿੱਚ ਜਿਹੜਾ ਕੁਐਸਚਨ ਆ ਥੋੜਾ ਘੁੰਮ ਕੇ ਆਣਾ ਹੈ। ਠੀਕ ਹੈ, ਜਿੱਦਾਂ ਇੱਕ ਕੁਐਸਚਨ कर लेने। कहता कैलकुलेट मोलैलिटी व्हेन
when 5.3 gram sodium carbonate dissolved in 200 gram of water। ठीक है, ਹੁਣ ਦੇਖੋ ਇਹਦੇ ਵਿੱਚ ਕਹਿੰਦਾ ਕਿ ਕੈਲਕੂਲੇਟ ਮੋਲੈਲਿਟੀ ਕਰਨੀ ਆ 5.3 ਗ੍ਰਾਮ ਇਹ ਆ। ਠੀਕ ਹੈ, ਇਹ ਤੁਹਾਡੇ ਕੋਲ ਹੈਗਾ 200 ਗ੍ਰਾਮ ਵਾਟਰ। ਇਹ ਕਿੰਨਾ ਸੀਗਾ? 200 ਗ੍ਰਾਮ ਵਾਟਰ ਹੈ। ਠੀਕ ਹੈ, ਇਹਦੇ ਵਿੱਚ 5.3 ਗ੍ਰਾਮ ਕੀ ਐਡ ਕੀਤਾ? Na2CO3। ਹੁਣ ਇਹ ਕੀ ਆ? ਸਲਿਊਟ ਆ। ਇਹ ਕੀ ਆ? ਸੋਲਵੈਂਟ ਆ। ਸਮਝ ਲੱਗ ਗਈ? ਹੁਣ ਜਿਸ ਤਰ੍ਹਾਂ ਆਪਾਂ ਇਹਦਾ ਫਾਰਮੂਲਾ ਲਿਖਣਾ, ਹੁਣ ਮੋਲੈਲਿਟੀ ਕੈਲਕੂਲੇਟ ਕਰਨੀ ਆ। ਮੋਲੈਲਿਟੀ M = ਸਮਾਲ m ਪਾਣੀ ਆ। ਠੀਕ ਹੈ, ਨਾਲ ਲਿਖ ਜ਼ਰੂਰ ਦਿਓ। ਠੀਕ ਹੈ, ਮੋਲੈਲਿਟੀ ਫਿਰ ਸਮਾਲ m ਪਾਓ = ਸਾਨੂੰ ਪਤਾ ਹੀ ਆ ਗਿਵਨ ਮਾਸ WB/MB × 1000/WA। ਹੁਣ ਦੇਖੋ ਗਿਵਨ ਮਾਸ ਆਫ ਸਲਿਊਟ, ਹੁਣ ਸਲਿਊਟ ਇਹ ਹੀ ਆ, ਉਹਦਾ ਗਿਵਨ ਮਾਸ ਕਿੰਨਾ ਆ? 5.3 ਗ੍ਰਾਮ। ਠੀਕ ਹੈ, ਅਪੋਨ ਗ੍ਰਾਮ ਗਰੂਮ ਛੱਡ ਦਿਓ, ਡਾਇਰੈਕਟ ਹੀ ਚੱਲੋ। ਠੀਕ ਹੈ, ਕਿਉਂਕਿ ਉਹਨਾਂ ਦੇ ਵਿੱਚ ਤੁਸੀਂ ਹੋਰ ਕਨਫਿਊਜ਼ ਹੋ ਜਾਣਾ। × 1000 ਅਪੋਨ ਇੱਧਰ ਹੈਗਾ ਮੋਲਰ ਮਾਸ। ਹੁਣ ਇਹਦਾ ਮੋਲਰ ਮਾਸ ਕਿੰਨਾ ਹੋਊਗਾ? ਜੇ ਆਪਾਂ Na2CO3 ਦਾ ਵੀਡੀਓ ਪੌਜ਼ ਕਰਕੇ ਖੁਦ ਕੱਢ ਕੇ ਦੇਖਿਆ ਕਰੋ। ਇੱਕ ਦਾ ਕਿੰਨਾ ਹੁੰਦਾ? 23। 2 ਮੋਲੀਕਿਊਲ ਆ, ਕਿੰਨਾ ਆ ਗਿਆ? 46 ਹੋ ਗਿਆ। ਠੀਕ ਹੈ, ਇਹਦਾ ਕਾਰਬਨ ਦਾ ਕਿੰਨਾ ਹੁੰਦਾ? 12। ਆਕਸੀਜਨ ਇੱਕ ਦਾ ਕਿੰਨਾ ਹੁੰਦਾ? 16। ਕਿੰਨੇ ਆ? 3 16 ਤੀਆ 48 48। ਇਹ ਟੋਟਲ ਹੁਣ ਕਾਊਂਟ ਕਰਕੇ ਕਿੰਨਾ ਬਣਦਾ ਪਿਆ? 106 ਗ੍ਰਾਮ ਬਣਦਾ। 106 ਗ੍ਰਾਮ ਪਰ ਮੋਲ। ਇੱਥੇ ਕੀ ਲਿਖ ਦੇਣਾ? 106। ਵੇਟ ਆਫ ਸੋਲਵੈਂਟ ਕਿੰਨਾ ਦਿੱਤਾ ਹੋਇਆ? 200 ਗ੍ਰਾਮ। ਠੀਕ ਹੈ, ਇਹਦੇ ਯੂਨਿਟ ਕੀ ਆਣੇ ਆ? ਗ੍ਰਾਮ ਮੋਲ ਪਰ kg। ਠੀਕ ਹੈ, ਹੁਣ ਇਹਨੂੰ ਸੋਲਵ ਕਰ ਲਓ। ਸੋਲਵ ਕਰਕੇ ਸਾਡਾ ਆਨਸਰ ਆ ਜਾਣਾ, ਤੁਸੀਂ ਖੁਦ ਕਰ ਲਿਓ। 2.5 ਮੋਲ kg ਇੰਨਾ ਆਇਆ। ਠੀਕ ਹੈ, ਐਦਾਂ ਵੀ ਲਿਖ ਸਕਦਾ, ਇਹਨੂੰ ਕੱਲਾ ਇੰਨਾ ਵੀ ਲਿਖ ਸਕਦਾ 0.25। ਕਈ ਵਾਰੀ ਨਾਲ ਸਮਾਲ m ਪਾਈ ਹੁੰਦੀ। ਸਮਾਲ m ਤੋਂ ਆਪਾਂ ਸਮਝ ਜਾਣਾ ਕਿ ਕਾਹਦੀ ਗੱਲ ਹੋ ਰਹੀ ਆ? ਮੋਲੈਲਿਟੀ ਦੀ ਗੱਲ ਹੋ ਰਹੀ ਆ। ਇਹ ਤਾਂ ਸਿੰਪਲ ਨੂਮੈਰੀਕਲ ਸੀਗਾ। ਠੀਕ ਹੈ, ਹੁਣ ਇਹਦੇ ਬਾਅਦ ਵਿੱਚ ਆਪਾਂ ਇੱਕ ਐਦਾਂ ਦਾ ਨੂਮੈਰੀਕਲ ਕਰਨਾ ਆ। ਠੀਕ ਹੈ, ਜਿਹਦੇ ਵਿੱਚ ਮੋਲੈਲਿਟੀ ਵੀ ਕੈਲਕੂਲੇਟ ਹੋਵੇ ਤੇ ਮੋਲੈਰਿਟੀ ਵੀ ਕੈਲਕੂਲੇਟ ਹੋਵੇ। ਠੀਕ ਹੈ, ਉਹਦੇ ਨਾਲ ਤੁਹਾਨੂੰ ਥੋੜੀ ਕਲੈਰਿਟੀ ਵੀ ਆ ਜਾਣੀ ਆ ਕਿ ਕਿਸ ਤਰ੍ਹਾਂ ਨੂਮੈਰੀਕਲ ਨਿਕਲਦੇ ਪਏ ਆ। ਠੀਕ ਹੈ, ਤੇ ਇੱਕ ਬੱਚੇ ਮੋਲੈਰਿਟੀ ਇਕੁਏਸ਼ਨ ਕਰਵਾਉਣੀ ਸੀਗੀ, ਉਹ ਸਕਿਪ ਹੋ ਗਈ ਕਿਤੇ, ਉਹ ਵੀ ਮੈਂ ਕਰਵਾ ਦੇਣਾ ਤੁਹਾਨੂੰ। ਠੀਕ ਹੈ, ਉੱਦਾਂ ਹਾਂ ਮੈਂ ਨੂਮੈਰੀਕਲ ਲਿਖ ਕੇ, ਚਲੋ ਲਿਖਣਾ ਕਿ ਨਾਲੋਂ ਨਾਲ ਹੀ ਕਰ ਲੈਂਦੇ ਆ। ਠੀਕ ਹੈ, ਕਿਉਂਕਿ ਤੁਸੀਂ ਵੀ ਨੋਟ ਕਰਦੇ ਹੋਵੋਗੇ ਮੇ ਵੀ। ਬੇਟਾ ਦੇਖੋ, ਨੂਮੈਰੀਕਲ ਨੂੰ ਧਿਆਨ ਦੇ ਨਾਲ ਸਮਝਣਾ, ਬੜਾ ਸਿੰਪਲ ਜਿਹਾ ਆ। ਕਹਿੰਦਾ ਕੈਲਕੂਲੇਟ ਮੋਲੈਰਿਟੀ ਐਂਡ ਮੋਲੈਲਿਟੀ। ਮੋਲੈਰਿਟੀ ਵੀ ਕੈਲਕੂਲੇਟ ਕਰਨੀ ਆ, ਮੋਲੈਲਿਟੀ ਵੀ ਕੈਲਕੂਲੇਟ ਕਰਨੀ ਆ। ਵੈਨ 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ ਡਿਜ਼ੋਲਵ ਇਨ 200 ml ਸੋਲਿਊਸ਼ਨ, ਡੈਂਸਿਟੀ ਆਫ ਸੋਲਿਊਸ਼ਨ ਨਾਲ ਉਹਨੇ ਡੈਂਸਿਟੀ ਵੀ ਗਿਵਨ ਦਿੱਤੀ ਹੋਈ ਹੈ। ਠੀਕ ਹੈ, ਹੁਣ ਦੇਖੋ ਕੁਐਸਚਨ ਕਰਨ ਤੋਂ ਪਹਿਲਾਂ ਤਾਂ ਤੁਹਾਨੂੰ ਫਾਰਮੂਲਾ ਪਤਾ ਹੋਣਾ ਚਾਹੀਦਾ। ਠੀਕ ਹੈ, ਚਲੋ ਇਸ ਸਾਈਡ ਆਪਾਂ ਮੋਲੈਰਿਟੀ ਲਿਖ ਦਿੰਦੇ ਆ। ਠੀਕ ਹੈ, ਤੁਸੀਂ ਉੱਦਾਂ ਇੱਕੋ ਹੀ ਸੀਕੁਐਂਸ ਕਰਨਾ, ਇਸ ਸਾਈਡ ਮੋਲੈਲਿਟੀ ਲਿਖ ਦਿੰਦੇ ਆ। ਠੀਕ ਹੈ, ਹੁਣ ਦੇਖੋ ਮੋਲੈਰਿਟੀ ਦਾ ਫਾਰਮੂਲਾ ਕੈਪੀਟਲ M ਦੇ ਨਾਲ ਡਿਨੋਟ ਕਰਦੇ ਆ, ਸਮਾਲ m ਦੇ ਨਾਲ ਡਿਨੋਟ ਕਰਦੇ। कैपिटल M क्या आनी है? गिवन मास ऑफ सल्यूट बटा मोलर मास ऑफ सल्यूट इंटू 1000/वॉल्यूम। ठीक है, इस साइड क्या आना सीगा? स्मॉल m = गिवन मास ऑफ सल्यूट बटा मोलर मास ऑफ सल्यूट इंटू 1000/वेट ऑफ सॉल्वेंट। ठीक है, हुण देखो सानू गिवन की आ, वो कहता कि 200 ml
ਸੋਲਿਊਸ਼ਨ ਬਣਦਾ ਹੈ, ਟੋਟਲ ਵੋਲੀਅਮ ਦਿੱਤਾ ਹੋਇਆ ਹੈ, ਠੀਕ ਹੈ ਨਾ। ਜਿਹੜਾ ਵੋਲੀਅਮ ਆ ਸੋਲਿਊਸ਼ਨ ਦਾ ਦਿੱਤਾ ਹੋਇਆ ਕਿੰਨਾ 200 ml ਆ, ਤੇ ਇਹਦੇ ਵਿੱਚ ਡਿਜ਼ੋਲਵ ਕਿੰਨਾ ਕੀਤਾ ਹੋਇਆ 4 ਗ੍ਰਾਮ ਸੋਡੀਅਮ ਹਾਈਡਰੋਕਸਾਈਡ, ਮਤਲਬ ਇਹ ਕੀ ਆ ਸੋਲਿਊਟ ਆ। ਜੇ ਹੁਣ ਆਪਾਂ ਗੱਲ ਕਰੀਏ WV weight of solute ਕਿੰਨਾ ਦਿੱਤਾ ਹੋਇਆ ਆ 4 ਗ੍ਰਾਮ, ਠੀਕ ਹੈ। ਜੇ ਆਪਾਂ ਹੁਣ ਮੋਲਰ ਮਾਸ ਦੀ ਗੱਲ ਕਰੀਏ ਸੋਡੀਅਮ ਹਾਈਡਰੋਕਸਾਈਡ NaOH, ਸੋਡੀਅਮ ਦਾ ਕਿੰਨਾ 23, ਆਕਸੀਜਨ ਦਾ 16, ਹਾਈਡਰੋਜਨ 1, ਕਿੰਨਾ ਆ ਗਿਆ ਮੋਲਰ ਮਾਸ ਆ ਗਿਆ 40, ਠੀਕ ਹੈ। ਗ੍ਰਾਮ ਪਰ ਮੋਲ ਹੁੰਦਾ ਇਹ, ਗ੍ਰਾਮ ਮੋਲ ਪਰ ਮੋਲ, ਠੀਕ ਹੈ। ਹੁਣ ਵੋਲੀਅਮ ਕਿੰਨਾ ਦਿੱਤਾ ਹੋਇਆ, ਵੋਲੀਅਮ ਦਿੱਤਾ ਹੋਇਆ ਆ 200 ml, ਠੀਕ ਆ। ਦੇਖੋ ਇਹਦੇ ਲਈ ਤਾਂ ਸਾਰਾ ਕੁਝ ਗਿਵਨ ਆ, ਮਤਲਬ ਕਿ ਮੋਲੈਰਿਟੀ ਤਾਂ ਐਦਾਂ ਹੀ ਨਿਕਲ ਜਾਣੀ ਆ। ਤੇ ਹੋਰ ਸਾਨੂੰ ਕੀ ਚਾਹੀਦਾ ਆ, ਚਲੋ ਪਹਿਲਾਂ ਇਹ ਵਾਲੀ ਚੀਜ਼ ਕੈਲਕੂਲੇਟ ਕਰ ਲੈਂਦੇ ਆ। ਮੋਲੈਰਿਟੀ ਲਈ ਗਿਵਨ ਮਾਸ 4, ਮੋਲੀਕਿਊਲਰ ਮਾਸ ਆ ਗਿਆ 40 × 1000 ਅਪੋਨ 200। ਇਹਦੇ ਯੂਨਿਟ ਕਿਆ ਲਿਖਣੇ ਆ, ਇਹਦੇ ਯੂਨਿਟ ਆਣੇ ਆ ਮੋਲ ਪਰ ਲੀਟਰ, ਠੀਕ ਹੈ। 0 ਨਾਲ 0 ਕੱਟੀ, 4 ਨਾਲ 4 ਕੱਟਿਆ ਗਿਆ, ਇਹਦੇ ਨਾਲ ਇਹਦੇ ਨਾਲ ਇਹ। ਮੋਲੈਰਿਟੀ ਇਜ਼ ਇਕੁਅਲ ਟੂ ਆ ਗਏ 0.5 ਮੋਲ ਪਰ ਲੀਟਰ। ਬੱਚੇ ਕੈਲਕੂਲੇਸ਼ਨ ਦੇ ਵਿੱਚ ਕਈ ਵਾਰੀ ਗੜਬੜ ਹੋ ਜਾਂਦੀ ਹੈ, ਠੀਕ ਹੈ, ਸੀਰੀਅਸ ਨਹੀਂ ਲੈਣਾ। ਤੇ ਇਹ ਵੀ ਨਹੀਂ ਸੋਚਣਾ ਕਿ ਸਰ ਨੂੰ ਆਉਂਦਾ ਨਹੀਂ, ਓਕੇ। ਹੁਣ ਬੱਚੇ ਇਹਦੇ ਲਈ ਸਾਨੂੰ ਚਾਹੀਦਾ ਹੈ WA। WA ਕੀ ਆ weight of solvent, ਠੀਕ ਹੈ। ਹੁਣ ਦੇਖੋ ਇੱਕ ਚੀਜ਼ ਉਹਨਾਂ ਨੇ ਹਿੰਟ ਜਿਹੜਾ ਦਿੱਤਾ ਹੋਇਆ, ਉਹਨੇ ਡੈਂਸਿਟੀ ਦਿੱਤੀ ਹੋਈ ਹੈ, ਤੁਸੀਂ ਲਿਖ ਲਓ ਡੈਂਸਿਟੀ ਕੀ ਦਿੱਤੀ ਹੋਈ ਹੈ, ਡੈਂਸਿਟੀ ਇਜ਼ ਇਕੁਅਲ ਟੂ 1.2 ਗ੍ਰਾਮ ਪਰ ml, ਠੀਕ ਹੈ। ਹੁਣ ਦੇਖੋ ਡੈਂਸਿਟੀ ਦਾ ਫਾਰਮੂਲਾ ਕੀ ਹੁੰਦਾ, ਡੈਂਸਿਟੀ ਇਜ਼ ਇਕੁਅਲ ਹੁੰਦੀ ਆ ਮਾਸ ਅਪੋਨ ਵੋਲੀਅਮ। ਡੈਂਸਿਟੀ ਇਜ਼ ਇਕੁਅਲ ਟੂ ਕੀ ਹੁੰਦੀ ਆ ਮਾਸ ਅਪੋਨ ਵੋਲੀਅਮ। ਹੁਣ ਵੋਲੀਅਮ ਸਾਨੂੰ ਕਿੰਨਾ ਦਿੱਤਾ ਹੋਇਆ, ਵੋਲੀਅਮ ਦਿੱਤਾ ਹੋਇਆ 200 ml ਦਿੱਤਾ ਹੋਇਆ ਨਾ, ਵੋਲੀਅਮ ਵੀ ਵਿੱਚ ਦੇਖੋ ਵੋਲੀਅਮ ਵੀ ਦਿੱਤਾ ਹੋਇਆ ਹੈ। ਹੁਣ ਇੱਥੇ ਪੁੱਟ ਕਰ ਦਿਓ ਡੈਂਸਿਟੀ 1.2 ਗ੍ਰਾਮ ਪਰ ml ਆ, ਮਾਸ ਅਪੋਨ ਵੋਲੀਅਮ ਕਿੰਨਾ ਆ 200 ml। ਹੁਣ ਇੱਥੋਂ ਮਾਸ ਆ ਜਾਣਾ 1.2 ਗ੍ਰਾਮ ਪਰ ml ਇੰਟੂ 200 ml। ml ਨਾਲ ml ਕੱਟਿਆ ਗਿਆ, ਇਹ ਕਿੰਨਾ ਆ ਗਿਆ 240 ਗ੍ਰਾਮ ਆ ਗਿਆ। ਕਿੰਨਾ ਆਇਆ ਉਹ ਕੈਲਕੂਲੇਸ਼ਨ ਤਾਂ ਨੀਚੇ ਚਲ ਗਈ, ਦੇਖ ਲਓ ਇੱਕ ਵਾਰੀ ਇਹਨੂੰ ਮਲਟੀਪਲਾਈ ਕਰਕੇ ਕਿੰਨਾ ਆ ਗਿਆ 240 ਗ੍ਰਾਮ। ਹੁਣ ਬੇਟਾ ਜਿਹੜੀ ਇਹ ਚੀਜ਼ ਆਈ ਨਾ 240 ਗ੍ਰਾਮ, ਇਹ ਆਇਆ ਮਾਸ ਆਫ ਸੋਲਿਊਸ਼ਨ ਆਇਆ। ਕੀ ਆਇਆ ਮਾਸ ਆਫ ਸੋਲਿਊਸ਼ਨ, ਠੀਕ ਹੈ। ਤੁਹਾਨੂੰ ਫਾਰਮੂਲੇ ਦੇ ਵਿੱਚ ਕੀ ਚਾਹੀਦਾ weight ਆਫ ਸੋਲਵੈਂਟ। ਹੁਣ ਇਹ ਯਾਦ ਰੱਖਣਾ ਜਿਹੜਾ ਮਾਸ ਆਫ ਸੋਲਿਊਸ਼ਨ ਹੁੰਦਾ ਨਾ, ਚਲੋ ਇੱਧਰ ਹੀ ਕਰ ਦਿੰਦੇ ਆ। ਮਾਸ ਆਫ ਸੋਲਿਊਸ਼ਨ ਹੁੰਦਾ ਨਾ, ਇਹ ਹੁੰਦਾ ਆ ਮਾਸ ਆਫ ਸੋਲਿਊਟ ਪਲੱਸ ਮਾਸ ਆਫ ਸੋਲਵੈਂਟ। ਇਹ ਚੀਜ਼ ਸ਼ਾਇਦ ਤੁਹਾਨੂੰ ਮੈਂ ਕਰਵਾਈ ਹੋਈ ਆ, ਠੀਕ ਹੈ। ਟੋਟਲ ਮਾਸ ਆ m, ਠੀਕ ਹੈ, ਹੁੰਦਾ ਮਾਸ ਆਫ ਸੋਲਿਊਟ ਨੂੰ ਲਿਖਦੇ ਆ WB ਜਮਾ WA। ਹੁਣ ਮਾਸ ਟੋਟਲ ਮਾਸ ਕਿੰਨਾ ਦਿੱਤਾ ਹੋਇਆ 240, ਠੀਕ ਹੈ, ਗ੍ਰਾਮ। ਮਾਸ ਆਫ ਸੋਲਿਊਟ ਕਿੰਨਾ ਦਿੱਤਾ ਹੋਇਆ 4 ਗ੍ਰਾਮ, ਇੱਥੇ 4 ਗ੍ਰਾਮ ਲਿਖ ਦਿਓ। ਇਹ WA ਆਪਾਂ ਕੈਲਕੂਲੇਟ ਕਰਨਾ। ਹੁਣ ਇੱਥੋਂ WA ਦੇਖੋ ਕਿੰਨਾ ਆ ਜਾਣਾ, WA ਆ ਜਾਣਾ 240 ਮਾਈਨਸ 4 ਇਜ਼ ਇਕੁਅਲ ਟੂ 236 ਗ੍ਰਾਮ। ਇਹ ਜਿਹੜਾ ਆਇਆ ਇਹ ਸਾਡਾ ਆਇਆ ਮਾਸ ਆਫ ਸੋਲਵੈਂਟ। ਹੁਣ ਸਾਨੂੰ ਫਾਰਮੂਲਾ ਪਤਾ ਮੋਲੈਲਿਟੀ ਦਾ ਫਾਰਮੂਲਾ ਗਿਵਨ ਮਾਸ ਬਟਾ ਮੋਲਰ ਮਾਸ ਇਨਟੂ 1000 ਅਪੋਨ weight ਆਫ ਸੋਲਵੈਂਟ, ਠੀਕ ਹੈ। ਹੁਣ ਇਹਦੇ ਵਿੱਚ W ਕਿੰਨਾ 4 ਆ, ਮੋਲਰ ਮਾਸ 40 ਆ, ਇਨਟੂ 1000 ਅਪੋਨ 236, ਠੀਕ ਹੈ। ਇਹਦੇ ਨਾਲ 0 ਕੱਟੀ ਕੇ ਇੰਨਾ ਇਹ ਕੱਟਿਆ ਗਿਆ, ਬਣ ਗਿਆ 1000 ਸੱਚ 100 ਬਾਈ 236 ਮੋਲ ਪਰ kg। ਇਹ ਆ ਗਈ ਤੁਹਾਡੀ ਮੋਲੈਲਿਟੀ,
ठीक है, ਇਹਨੂੰ ਸੋਲਵ ਕਰ ਲਿਓ ਬੱਚੇ। ਇਹ ਨਿਊਮੈਰੀਕਲ ਇਸ ਤਰ੍ਹਾਂ ਹੁੰਦੀ ਆ, ਮਤਲਬ ਕਿ ਡੈਂਸਿਟੀ ਗਿਵਨ ਹੋਣੀ ਆ, ਤੁਸੀਂ ਉਹਦਾ ਅੱਗੇ ਯੂਜ਼ ਕਰਕੇ ਨਿਊਮੈਰੀਕਲ ਕਰਨੇ ਆ। ਠੀਕ ਹੈ, ਇਹ ਫਾਰਮੂਲੇ ਆਪਸ ਦੇ ਵਿੱਚ ਰਿਲੇਟਡ ਹੁੰਦੇ ਆ ਥੋੜੇ ਬਹੁਤੇ। ਠੀਕ ਹੈ, ਇਹਨਾਂ ਨੂੰ ਇਸ ਢੰਗ ਦੇ ਨਾਲ ਕਰਨਾ ਆ। ਓਕੇ ਬੱਚੇ, ਅਗਲਾ ਨਿਊਮੈਰੀਕਲ ਬੜਾ ਪਿਆਰਾ ਜਿਹਾ ਹੈ। ਠੀਕ ਹੈ, ਕੀ ਕਹਿੰਦਾ ਪਿਆ, ਵਟ ਇਜ਼ ਦਾ ਮੋਲੈਲਿਟੀ ਆਫ 1 m solution, what is the molality of 1 ml solution of sodium nitrate if its density is 1.25 gram पर सेंटीमीटर क्यूब। ठीक है, पर सेंटीमीटर क्यूब। ਹੁਣ ਦੇਖੋ ਕੁਐਸਚਨ ਦੇ ਵਿੱਚ ਗਿਵਨ ਕੀ ਦੇ ਦਿੱਤਾ ਹੋਇਆ, ਸੋਲਿਊਸ਼ਨ। ਸਭ ਤੋਂ ਪਹਿਲਾਂ ਮੋਲੈਲਿਟੀ ਦਾ ਫਾਰਮੂਲਾ। ਠੀਕ ਹੈ, ਮੋਲੈਲਿਟੀ ਇਜ਼ ਇਕੁਅਲ ਟੂ ਗਿਵਨ ਮਾਸ ਆਫ ਸੋਲਿਊਟ ਬਟਾ ਮੋਲਰ ਮਾਸ ਆਫ ਸੋਲਿਊਟ ਇਨਟੂ 1000 ਅਪੋਨ weight ਆਫ ਸੋਲਵੈਂਟ। ਯੂਨਿਟ ਕੀ ਆ ਗਿਆ, ਮੋਲ ਪਰ kg। ठीक है, यूनिट भी नाल लिखते। हुण देखो उन्हें दिता कि होया 1 मोलर सोल्यूशन। मोलर मीनस मोलैरिटी दिती हुई है। ठीक है, मोलैरिटी कितनी दिती हुई है, मोलैरिटी दिती हुई है 1 m, जां इहनूं आपां लिख सकते हैं 1 मोल पर लीटर। मोलैरिटी दिती हुई है। ठीक है, ਤੇ ਸੋਡੀਅਮ ਨਾਈਟ੍ਰੇਟ ਦਾ ਜੇ ਆਪਾਂ ਫਾਰਮੂਲਾ ਦੇਖੀਏ ਕੀ ਹੁੰਦਾ, ਸੋਡੀਅਮ ਨਾਈਟ੍ਰੇਟ NaNO3। ਠੀਕ ਹੈ, ਜੇ ਆਪਾਂ ਹੁਣ ਇਹਦਾ ਮੋਲਰ ਮਾਸ ਕੱਢਣਾ ਹੋਵੇ, ਮੋਲਰ ਮਾਸ ਕਿੰਨਾ ਆ ਜਾਣਾ, ਮੋਲਰ ਮਾਸ ਇਹਦਾ ਆ ਜਾਊਗਾ ਸੋਡੀਅਮ ਦਾ 23 ਜਮਾ 14 ਪਲੱਸ 48। ਠੀਕ ਹੈ, ਕਿੰਨਾ ਆ ਗਿਆ 85। ਮੋਲਰ ਮਾਸ ਕਿੰਨਾ ਆ ਗਿਆ, मोलर मास आ गया 85। ठीक है, ये मोलर मास आ गया। तो हुण बच्चे थोड़ा समझना है ਇਹਦੇ ਵਿੱਚ। देखो मोलैरिटी तो दिती हुई है। ठीक है, मोलैरिटी दिती हुई है तो डेंसिटी भी दिती हुई है। ठीक है, हुण देखो जिहड़ी चीज़ समझण वाली है, मोलैरिटी का फार्मूला क्या हुंदा है, गिवन मास बटा मोलर मास of solute into 1000 upon volume of solution। ਇਹ ਚੀਜ਼ ਹੁੰਦੀ ਹੈ, ਤੁਸੀਂ ਇਹਦੇ ਵਿੱਚ ਯਾਦ ਰੱਖਣਾ ਹੈ। ਠੀਕ ਹੈ, ਇਹਦੇ ਵਿੱਚ ਯਾਦ ਕੀ ਰੱਖਣਾ ਹੈ, ਰੁਕੋ ਬੇਟਾ, ਇਹਦੇ ਵਿੱਚ ਯਾਦ ਕੀ ਰੱਖਣਾ, ਅਗਰ ਵੋਲੀਅਮ ਨਾ ਗਿਵਨ ਹੋਵੇ ਤਾਂ ਮੈਕਸਿਮਮ ਕੇਸਿਸ ਦੇ ਵਿੱਚ ਜਿਹੜਾ ਤੁਸੀਂ ਵੋਲੀਅਮ ਯੂਜ਼ ਕਰਨਾ, ਉਹ ਯੂਜ਼ ਕਰਨਾ 1000 ml। ਠੀਕ ਹੈ, ਇਹ ਸਿੰਪਲ ਜਿਹੀ ਟ੍ਰਿਕ ਆ। ਠੀਕ ਹੈ, ਜਦੋਂ ਵੋਲੀਅਮ ਨਾ ਗਿਵਨ ਹੋਵੇ ਤੇ ਮੋਲੈਰਿਟੀ ਦਿੱਤੀ ਹੋਵੇ, ਤੁਸੀਂ 1000 ml ਦੇ ਨਾਲ ਕਰ ਲੈਣਾ। ਠੀਕ ਹੈ, ਇਹਨਾਂ ਨਾਲ ਕੈਲਕੂਲੇਸ਼ਨ ਸੌਖੀ ਹੋ ਜਾਂਦੀ ਹੈ। ਠੀਕ ਹੈ, ਹੁਣ ਮੋਲੈਰਿਟੀ ਦੇਖੋ ਕਿੰਨੀ ਦਿੱਤੀ ਹੋਈ ਆ 1। ਗਿਵਨ ਮਾਸ ਆਪਾਂ ਇੱਥੋਂ ਕੈਲਕੂਲੇਟ ਕਰਨਾ, ਮੋਲਰ ਮਾਸ ਕਿੰਨਾ ਦਿੱਤਾ ਹੋਇਆ 85 into 1000 ਅਪੋਨ ਵੋਲੀਅਮ ਕਿੰਨਾ ਲੈਣਾ 1000। ਠੀਕ ਹੈ, ਉੱਥੋਂ WV इज इक्वल टू कितना आ गया 85 ग्राम। ठीक है, मोलर मास गिवन मास आ गया। ठीक है, गिवन मास ऑफ सल्यूट कितना आ गया 85। ठीक है, ਹੁਣ ਸਾਨੂੰ ਹੋਰ ਕੀ ਦਿੱਤਾ ਹੋਇਆ, ਨਾਲ ਉਹਨੇ ਡੈਂਸਿਟੀ ਦਿੱਤੀ ਹੋਈ ਹੈ। ਡੈਂਸਿਟੀ ਦਾ ਫਾਰਮੂਲਾ ਕੀ ਹੁੰਦਾ, ਮਾਸ ਅਪੋਨ ਵੋਲੀਅਮ। ਡੈਂਸਿਟੀ ਕਿੰਨੀ ਦਿੱਤੀ ਹੋਈ ਹੈ, ਡੈਂਸਿਟੀ ਸਾਡੇ ਕੋਲ ਡੈਂਸਿਟੀ ਵੀ ਹੈਗੀ ਆ, ਵੋਲੀਅਮ ਆਪਾਂ ਲੈ ਲਿਆ ਹੋਇਆ। ਦੇਖੋ ਵੋਲੀਅਮ ਆਪਾਂ ਮਾਸ ਕੈਲਕੂਲੇਟ ਕਰਨਾ, ਮਾਸ ਇਜ਼ ਇਕੁਅਲ ਟੂ ਕੀ ਆ ਜਾਣਾ ਡੈਂਸਿਟੀ ਇਨਟੂ ਵੋਲੀਅਮ। ਡੈਂਸਿਟੀ ਕਿੰਨੀ ਆ, ਡੈਂਸਿਟੀ ਆ 1.25। ਠੀਕ ਆ, ਜਿਹੜਾ 1 ml ਹੁੰਦਾ ਇਹ ਹੁੰਦਾ 1 ਸੈਂਟੀਮੀਟਰ ਕਿਊਬ। ਠੀਕ ਹੈ, ਤਾਂ ਕਰਕੇ ਜ਼ਿਆਦਾ ਟੈਨਸ਼ਨ ਵਾਲੀ ਗੱਲ ਨਹੀਂ ਗੀ। ਇਹਨੂੰ ਐਜ਼ ਇਟ ਇਜ਼ ਯੂਜ਼ ਕਰਕੇ ਇੱਥੇ ਵੋਲੀਅਮ ਦੀ ਜਗ੍ਹਾ 1000 ਭਰ ਦੇਣਾ। ਠੀਕ ਹੈ, ਤੁਹਾਡੇ ਕੋਲ ਮਾਸ ਕਿੰਨਾ ਆ ਗਿਆ, ਟੋਟਲ ਮਾਸ ਆ ਜਾਣਾ 1250 ਗ੍ਰਾਮ। ਠੀਕ ਹੈ, ਟੋਟਲ ਮਾਸ ਆ ਗਿਆ। ਜਿਹੜਾ ਟੋਟਲ ਮਾਸ ਹੁੰਦਾ ਇਹ ਕੀ ਹੁੰਦਾ, ਮਾਸ ਆਫ ਸੋਲਿਊਟ ਪਲੱਸ ਮਾਸ ਆਫ ਸੋਲਵੈਂਟ।
ਹੁਣ ਟੋਟਲ ਮਾਸ 1250 ਆ, ਮਾਸ ਆਫ ਸੋਲਿਊਟ ਕਿੰਨਾ ਕੱਢਿਆ ਆਪਾਂ ਹੁਣੇ ਕੱਢ ਕੇ ਹਟੇ 85, ਇੱਥੇ 85 ਪੁੱਟ ਕਰ ਦਿਓ, ਠੀਕ ਹੈ, ਪਲੱਸ WE। ਉੱਥੋਂ weight ਆਫ ਸੋਲਵੈਂਟ ਕਿੰਨਾ ਆ ਗਿਆ, ਮਾਈਨਸ ਕਰਕੇ ਆ ਜਾਣਾ ਆ ਮੇਰੇ ਅਕੋਰਡਿੰਗ 1165 ਗ੍ਰਾਮ, ਇੰਨਾ ਆ ਗਿਆ। ਇਹਦੇ ਬਾਅਦ ਵਿੱਚ ਹੁਣ ਤਾਂ ਕੋਈ ਟੈਨਸ਼ਨ ਨਹੀਂ ਰਹਿ ਗਈ, ਮੋਲੈਲਿਟੀ ਦਾ ਫਾਰਮੂਲਾ ਸਾਨੂੰ ਪਤਾ ਹੀ ਹੈ, ਗਿਵਨ ਮਾਸ ਬਟਾ ਮੋਲਰ ਮਾਸ ਇਨਟੂ 1000 ਅਪੋਨ weight ਆਫ ਸੋਲਵੈਂਟ। ਗਿਵਨ ਮਾਸ ਕਿੰਨਾ ਆ 85, ਠੀਕ ਹੈ, ਇੱਥੇ 85 ਲਿਖ ਦਿਓ। ਮੋਲਰ ਮਾਸ ਵੀ ਕਿੰਨਾ ਹੈ, ਮੋਲਰ ਮਾਸ ਵੀ 85 ਹੈ, 85 ਲਿਖ ਦਿਓ ਇਨਟੂ 1000 ਅਪੋਨ ਇਹ ਕਿੰਨਾ ਆ ਗਿਆ 1165, ਠੀਕ ਹੈ। ਇਹਨੂੰ ਸੋਲਵ ਕਰਕੇ 85 ਨਾਲ 85 ਕੱਟਿਆ ਗਿਆ, ਇਹਨੂੰ ਸੋਲਵ ਕਰਕੇ ਕਿੰਨਾ ਜਾਂਦਾ 0.858 ਯੂਨਿਟ ਕੀ ਆ ਮੋਲ ਪਰ kg, ਠੀਕ ਹੈ ਬੱਚੇ। ਇਸ ਤਰ੍ਹਾਂ ਇਹ ਨੂਮੈਰੀਕਲ ਹੁੰਦੇ ਆ, ਠੀਕ ਹੈ। 2-3 ਨੂਮੈਰੀਕਲਸ ਤੁਹਾਨੂੰ ਮੈਂ ਕਰਵਾ ਦਿੱਤੇ ਹੋਏ ਆ, ਠੀਕ ਹੈ। ਤੇ ਇੱਕ ਇਹਦੇ ਵਿੱਚ ਚੀਜ਼ ਯਾਦ ਰੱਖਣੀ ਹੈ, ਠੀਕ ਹੈ। ਕੁਐਸਚਨ ਆ ਜਾਂਦਾ ਹੁੰਦਾ ਕਿ ਇਹਨਾਂ ਦੇ ਵਿੱਚੋਂ ਮੋਲੈਰਿਟੀ ਐਂਡ ਮੋਲੈਲਿਟੀ ਦੇ ਵਿੱਚੋਂ ਬੈਸਟ ਕਿਹੜਾ ਹੈ, ਠੀਕ ਹੈ। ਤੁਸੀਂ ਬੋਲਣਾ ਕਿ ਮੋਲੈਰਿਟੀ ਤੇ ਮੋਲੈਲਿਟੀ ਦੇ ਵਿੱਚੋਂ ਬੈਸਟ ਹੈਗੀ ਆ ਮੋਲੈਲਿਟੀ। ਕਿਉਂ ਆ, ਕਿਉਂਕਿ ਇਹ ਜਿਹੜੀ ਮੋਲੈਰਿਟੀ ਹੈ ਟੈਂਪਰੇਚਰ ਤੇ ਡਿਪੈਂਡ ਕਰਦੀ ਹੈ। ਕਿਹ ਤੇ ਡਿਪੈਂਡ ਕਰਦੀ ਹੈ, ਟੈਂਪਰੇਚਰ ਤੇ ਡਿਪੈਂਡ ਕਰਦੀ ਹੈ। ਇਹਨੂੰ ਟੈਂਪਰੇਚਰ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਕਿਉਂ ਨਹੀਂ ਫਰਕ ਪੈਂਦਾ, ਜਿਹੜੀ ਮੋਲੈਰਿਟੀ ਆ ਉਹਦੇ ਵਿੱਚ ਮੋਲੈਰਿਟੀ ਕਾਹਦੇ ਤੇ ਡਿਪੈਂਡ ਕਰਦੀ ਪਈ ਆ, ਵੋਲੀਅਮ ਤੇ। ਮੋਲੈਰਿਟੀ ਦੇ ਵਿੱਚ ਐਂਡ ਦੇ ਵਿੱਚ ਵੋਲੀਅਮ ਯੂਜ਼ ਹੁੰਦਾ ਆ। ਹੁਣ ਦੇਖੋ ਜੇ ਆਪਾਂ ਟੈਂਪਰੇਚਰ ਵਧਾਵਾਂਗੇ, ਜਿਹੜੇ ਲਿਕੁਇਡ ਦੇ ਮੋਲੀਕਿਊਲਸ ਆ ਉਹ ਇੱਕ ਦੂਸਰੇ ਤੋਂ ਦੂਰ ਜਾਣਗੇ, ਜਿੰਨਾ ਦੂਰ ਜਾਣਗੇ ਉਨਾ ਵੋਲੀਅਮ ਵੱਧ ਗਿਆ। ਜੇ ਵੋਲੀਅਮ ਵੱਧ ਗਿਆ ਤੇ ਮੋਲੈਰਿਟੀ ਕੀ ਹੋ ਜਾਣੀ ਆ, ਚੇਂਜ ਹੋ ਜਾਣੀ ਆ। ਤੁਸੀਂ ਯਾਦ ਕੀ ਰੱਖਣਾ ਕਿ ਜਦੋਂ ਜਿਹੜੀ ਮੋਲੈਰਿਟੀ ਆ ਉਹ ਟੈਂਪਰੇਚਰ ਵਧਾਣ ਘਟਾਣ ਦੇ ਨਾਲ ਉਹ ਚੇਂਜ ਹੋ ਜਾਂਦੀ ਆ, ਠੀਕ ਹੈ। ਬਟ ਜਿਹੜੀ ਮੋਲੈਲਿਟੀ ਆ ਉਹ ਕਾਹਦੇ ਤੇ ਡਿਪੈਂਡ ਕਰਦੀ ਪਈ ਆ, weight ਆਫ ਸੋਲਵੈਂਟ ਤੇ। ਹੁਣ ਜੇ ਆਪਾਂ ਟੈਂਪਰੇਚਰ ਵਧਾਵਾਂਗੇ ਕਿਸੇ ਦਾ weight ਨਹੀਂ ਚੇਂਜ ਹੋਣਾ, ਠੀਕ ਹੈ। ਵੋਲੀਅਮ ਚੇਂਜ ਹੋ ਸਕਦਾ ਬਟ weight ਚੇਂਜ ਨਹੀਂ ਹੁੰਦਾ, ਠੀਕ ਹੈ। ਸੋ ਜਿਹੜੀ ਆ ਮੋਲੈਰਿਟੀ ਉਹ ਬੈਸਟ ਆ। ਬੈਸਟ ਕਿਉਂ ਆ, ਕਿਉਂਕਿ ਜਿਹੜੀ ਮੋਲੈਰਿਟੀ ਉਹ ਕਿਤੇ ਡਿਪੈਂਡ ਨਹੀਂ ਕਰਦੀ ਆ। ਮੋਲੈਰਿਟੀ ਜਿਹੜੀ ਆ ਬੱਚੇ ਫਿਰ ਸੁਣ ਲਓ, ਮੋਲੈਰਿਟੀ ਚੇਂਜ ਹੋ ਜਾਂਦੀ ਆ ਵਿਦ ਚੇਂਜ ਇਨ ਟੈਂਪਰੇਚਰ, ਮੋਲੈਲਿਟੀ ਚੇਂਜ ਨਹੀਂ ਹੁੰਦੀ। ਇਹ ਬੈਸਟ ਹੁੰਦੀ ਹੈ, ਠੀਕ ਹੈ। ਜ਼ਿਆਦਾਤਰ ਆਪਾਂ ਇਹਨੂੰ ਯੂਜ਼ ਕਰਦੇ ਹਾਂ, ਠੀਕ ਹੈ। ਮੋਲੈਰਿਟੀ ਚੇਂਜ ਕਰ ਜਾਂਦੀ ਟੈਂਪਰੇਚਰ ਦੇ ਨਾਲ, ਕਿਉਂਕਿ ਟੈਂਪਰੇਚਰ ਦੇ ਨਾਲ ਵੋਲੀਅਮ ਚੇਂਜ ਕਰ ਜਾਂਦਾ ਆ। ਬਟ ਮੋਲੈਲਿਟੀ ਚੇਂਜ ਨਹੀਂ ਕਰਦੀ, ਕਿਉਂਕਿ ਜਿਹੜਾ ਮਾਸ ਹੁੰਦਾ ਆ ਉਹਨੂੰ ਟੈਂਪਰੇਚਰ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਓਕੇ, ਇਹ ਲਾਸਟ ਵਾਲਾ ਜਿਹੜਾ ਸੀਗਾ ਨਾ, ਇਹਨੂੰ ਇੱਕ ਵਾਰੀ ਦੁਬਾਰਾ ਸੁਣ ਲਿਓ। ਕਈ ਵਾਰੀ ਫਲੋ ਦੇ ਵਿੱਚ ਮੋਲੈਰਿਟੀ ਦੀ ਜਗ੍ਹਾ ਮੋਲੈਲਿਟੀ ਕਹਿ ਹੋ ਜਾਂਦਾ। ਫਿਰ ਮੈਂ ਉਹ ਚੀਜ਼ ਨੂੰ ਕਲੀਅਰ ਕਰ ਰਿਹਾ। ਮੋਲੈਰਿਟੀ ਜਿਹੜੀ ਉਹ ਟੈਂਪਰੇਚਰ ਚੇਂਜ ਕਰਨ ਦੇ ਨਾਲ ਚੇਂਜ ਹੋ ਜਾਂਦੀ ਆ, ਬਟ ਮੋਲੈਲਿਟੀ ਚੇਂਜ ਨਹੀਂ ਹੁੰਦੀ। ਮੋਲੈਰਿਟੀ ਚੇਂਜ ਤਾਂ ਹੁੰਦੀ ਆ ਕਿਉਂਕਿ ਉਹ ਵੋਲੀਅਮ ਤੇ ਡਿਪੈਂਡ ਕਰਦੀ ਆ। ਮੋਲੈਲਿਟੀ ਚੇਂਜ ਨਹੀਂ ਹੁੰਦੀ ਕਿਉਂਕਿ ਉਹ ਮਾਸ ਤੇ ਡਿਪੈਂਡ ਕਰਦੀ ਆ। ਓਕੇ, ਇੰਨਾ ਕਰ ਲੈਣਾ। ਇਹਦੇ ਬਾਅਦ ਵਿੱਚ ਤੁਸੀਂ ਥੋੜ੍ਹੇ ਬਹੁਤੇ ਨੂਮੈਰੀਕਲ ਕਰਨ ਦੀ ਕੋਸ਼ਿਸ਼ ਕਰਨੀ ਆ। ਓਕੇ, ਜੇ ਤੁਹਾਡੇ ਕੋਲ ਹੁੰਦੇ ਹੋਏ ਅਗਰ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਮੈਨੂੰ ਪੁੱਛ ਸਕਦੇ ਆ। ਓਕੇ ਬੱਚੇ, ਅੱਜ ਲਈ ਇਹਦੇ ਨੂਮੈਰੀਕਲ ਕਰ ਲਿਓ, ਠੀਕ ਹੈ। ਕੱਲ ਆਪਾਂ ਨੈਕਸਟ ਕਰਾਂਗੇ। ਓਕੇ, ਥੈਂਕ ਯੂ ਬੇਟਾ।